ਮੈਂ ਇੱਕ ਧੰਦੇ ਵਾਲੀ ਕੁੜੀ ਸਾਂ। ਮੇਰੀ ਮਤਰੇਈ ਮਾਂ ਨੇ ਮੈਨੂੰ ਕੱਚੀ ਉਮਰ ਵਿੱਚ ਹੀ ਬੇਸਬਾ ਦੇ ਕੋਠੇ ਵਾਲੀ ਔਰਤ ਨੂੰ ਵੇਚ ਦਿੱਤਾ ਸੀ। ਮੈਨੂੰ ਇਸ ਕੰਮ ਤੋਂ ਸਖਤ ਨਫ਼ਰਤ ਸੀ। ਮੈਂ ਇੱਥੋਂ ਜਿਵੇਂ ਕਿਵੇਂ ਕਰਕੇ ਭੱਜਣਾ ਚਾਹੁੰਦੀ ਸੀ, ਪਰ ਮੇਰੀ ਕੋਈ ਪੇਸ ਨਹੀਂ ਚੱਲ ਰਹੀ ਸੀ। ਸਭ ਤੋਂ ਵੱਡਾ ਹੈਰਾਨੀਜਨਕ ਝਟਕਾ ਤਾਂ ਮੈਨੂੰ ਉਦੋਂ ਲੱਗਿਆ ਜਦੋਂ ਮੇਰੇ ਰੂਮ 'ਚ ਆਉਣ ਵਾਲਾ ਬੰਦਾ ਕੋਈ ਹੋਰ ਨਹੀਂ ਸਗੋਂ ਮੇਰਾ ਆਪਣਾ ਹੀ ਉਹ ਮੇਰੇ ਨਾਲ ਹੀ ਸੌਂ ਗਿਆ, ਜਿਸ ਦੇ ਨਾਲ ਮੈਨੂੰ ਰਾਤ ਗੁਜ਼ਾਰਨ ਲਈ ਭੇਜਿਆ ਗਿਆ ਸੀ। ਮੇਰੇ ਕੋਲ ਇਹ ਚੰਗਾ ਮੌਕਾ ਸੀ ਜੇ ਮੈਂ ਉੱਥੋਂ ਭੱਜ ਜਾਂਦੀ। ਦਿਲ ਵਿੱਚ ਡਰ ਵੀ ਬਹੁਤ ਸੀ, ਇਹ ਕੰਮ ਕੋਈ ਇੰਨਾ ਸੌਖਾ ਵੀ ਨਹੀਂ ਸੀ। ਫੇਰ ਮੈਂ ਸੋਚਿਆ ਵੀ ਮੈਂ ਹੁਣ ਤੱਕ ਜਿਹੜੇ ਲੋਕਾਂ ਦਾ ਭਰੋਸਾ ਜਿੱਤ ਚੁੱਕੀ ਹਾਂ, ਮੇਰੇ ਤੇ ਉਹ ਸ਼ੱਕ ਵੀ ਨਹੀਂ ਕਰਨਗੇ। ਮੈਂ ਇਸ ਬੰਦੇ ਨੂੰ ਰਾਤ ਨੂੰ ਦਾਰੂ ਬਹੁਤ ਜ਼ਿਆਦਾ ਪਿਲਾ ਦਿੱਤੀ ਸੀ, ਇਸੇ ਕਰਕੇ ਮੈਨੂੰ ਇਹਦੇ ਜਾਗ ਜਾਣ ਦਾ ਕੋਈ ਖੌਫ ਨਹੀਂ ਸੀ। ਮੈਂ ਹੌਲੀ ਦੇ ਕੇ ਗੇਟ ਖੋਲ੍ਹਿਆ ਤੇ ਬਾਹਰ ਆ ਗਈ। ਉਹ ਬੰਦਾ ਇੱਥੇ ਇਕੱਲਾ ਹੀ ਰਹਿੰਦਾ ਸੀ। ਉੱਥੇ ਇੱਕ ਕਲੋਨੀ ਸੀ ਤੇ ਨਾਲ ਹੀ ਛੋਟਾ ਜਿਹਾ ਉਸਦਾ ਰੂਮ ਸੀ। ਇਸ ਕਰਕੇ ਮੈਨੂੰ ਉੱਥੋਂ ਨਿਕਲ ਜਾਣਾ ਕੋਈ ਔਖੀ ਗੱਲ ਨਹੀਂ ਸੀ। ਮੈਂ ਕਈ ਵਾਰ ਇਸ ਬੰਦੇ ਨਾਲ ਇੱਥੇ ਆ ਚੁੱਕੀ ਸਾਂ, ਇਸ ਲਈ ਮੇਰੇ ਤੇ ਕੋਈ ਸ਼ੱਕ ਵੀ ਨਹੀਂ ਕਰਦਾ ਸੀ। ਹੁਣ ਮੈਂ ਇੱਥੋਂ ਭੱਜ ਜਾਵਾਂਗੀ। ਮੈਂ ਜਜ਼ਬਾਤ ਤੇ ਕਾਬੂ ਪਾਇਆ ਤੇ ਸਮਝ ਤੋਂ ਕੰਮ ਲੈਤਾ। ਹੁਣ ਮੈਂ ਸੋਚ ਸਮਝ ਕੇ ਪੂਰਾ ਤਰੀਕੇ ਨਾਲ ਪਲਾਨ ਬਣਾ ਲਿਆ। ਮੈਂ ਇੱਕ ਧੰਦੇ ਵਾਲੀ ਔਰਤ ਸਾਂ। ਮੈਨੂੰ ਮੇਰੀ ਮਤਰੇਈ ਮਾਂ ਨੇ ਕੋਠੇ ਵਾਲੀ ਬੇਸਵਾ ਔਰਤ ਨੂੰ ਵੇਚ ਦਿੱਤਾ ਸੀ, ਜਦ ਕਿ ਮੈਂ ਉਦੋਂ ਪੂਰੀ 17 ਸਾਲਾਂ ਦੀ ਵੀ ਨਹੀਂ ਸਾਂ। ਮੇਰੀ ਖਰੀਦਣ ਵਾਲੀ ਔਰਤ ਮੇਰੇ ਤੋਂ ਧੰਦਾ ਕਰਵਾਉਂਦੀ ਸੀ। ਜਦੋਂ ਮੈਂ ਪਹਿਲੀ ਵਾਰ ਕੋਠੇ 'ਚ ਧੰਦਾ ਦੇਖਿਆ ਤਾਂ ਮੈਂ ਪੂਰੀ ਤਰ੍ਹਾਂ ਡਰ ਕੇ ਘਬਰਾ ਗਈ। ਕੋਠੇ ਵਾਲੀ ਔਰਤ ਨੇ ਮੇਰਾ ਹੱਥ ਘੁੱਟ ਕੇ ਫੜਿਆ ਹੋਇਆ ਸੀ ਤੇ ਮੈਂ ਰੋਈ ਜਾਂਦੀ ਸੀ। ਮੇਰੇ ਪਿਓ ਦੇ ਮਰਨ ਤੋਂ ਬਾਅਦ ਮੇਰੀ ਮਤਰੇਈ ਮਾਂ ਨੇ ਮੈਨੂੰ ਇਸ ਬੇਸਵਾ ਦੇ ਕੋਠੇ ਵਾਲੀ ਔਰਤ ਦੇ ਹਵਾਲੇ ਕਰ ਦਿੱਤਾ। ਜਦੋਂ ਮੈਂ ਉਸ ਔਰਤ ਨੂੰ ਜਾਣ ਤੋਂ ਮਨਾ ਕਰ ਦਿੱਤਾ ਤਾਂ ਮੇਰੀ ਮਤਰੇਈ ਮਾਂ ਨੇ ਮੇਰੇ ਮੂੰਹ ਤੇ ਜ਼ੋਰਦਾਰ ਚਪੇੜ ਮਾਰੀ ਤੇ ਇਸ ਔਰਤ ਕੋਲ ਛੱਡ ਕੇ ਚਲੀ ਗਈ। ਮੈਂ ਆਪਣੀ ਚੁੰਨੀ ਅਜੇ ਠੀਕ ਹੀ ਕਰ ਰਹੀ ਸਾਂ, ਪਰ ਉੱਥੋਂ ਦੇ ਲੰਘਣ ਵਾਲੇ ਲੋਕਾਂ ਦੀਆਂ ਨਜ਼ਰਾਂ ਐਸੀਆਂ ਸਨ ਕਿ ਮੈਨੂੰ ਘੁੱਟਣ ਜਿਹੀ ਮਹਿਸੂਸ ਹੋ ਰਹੀ ਸੀ। ਮੈਨੂੰ ਉਹ ਔਰਤ ਅੰਦਰ ਲੈ ਗਈ। ਮੈਂ ਵੇਖਿਆ ਇੱਕ ਪਾਸੇ ਦੋ ਵੱਡੀ ਉਮਰ ਦੇ ਬੰਦੇ ਸਫੈਦ ਰੰਗ ਦੇ ਕੱਪੜੇ ਪਾਈ ਬੈਠੇ ਸੀ, ਬਾਜਾ ਤੇ ਢੋਲਕੀ ਮੂੰਹ ਵਿੱਚ ਪਾਨ ਲਗਾਈ ਬੈਠੇ ਸਨ। ਅੱਗੇ ਦੂਸਰੇ ਪਾਸੇ ਇੱਕ ਔਰਤ ਕੋਈ 45 ਕੁ ਸਾਲ ਦੀ ਫੁੱਲ ਮੇਕਅਪ ਕੀਤਾ ਹੋਇਆ ਆਂਟੀ ਜਿਹੀ ਤਖਤ ਪੋਸ਼ ਤੇ ਬੈਠੀ ਮੈਨੂੰ ਦੇਖਦਿਆਂ ਹੀ ਉੱਠ ਕੇ ਖੜੀ ਹੋ ਗਈ। ਮੈਂ ਉਸ ਨੂੰ ਦੇਖਿਆ ਕਿ ਡਰੀ ਸਹਿਮੀ ਜਿਹੀ ਉਸ ਜਗ੍ਹਾ ਨੂੰ ਦੇਖ ਰਹੀ ਸਾਂ। ਉਸ ਔਰਤ ਕੋਲ ਮੈਨੂੰ ਲਿਜਾਇਆ ਗਿਆ ਤੇ ਮੇਰਾ ਹੱਥ ਉਸ ਦੇ ਹੱਥ ਵਿੱਚ ਸਮਾਇਆ ਗਿਆ। ਉਸ ਔਰਤ ਨੇ ਮੈਨੂੰ ਬੜੀ ਗੌਰ ਨਾਲ ਸਿਰ ਤੋਂ ਲੈ ਕੇ ਪੈਰਾਂ ਤੱਕ ਵੇਖਿਆ। ਫਿਰ ਜਿਹੜੀ ਔਰਤ ਮੈਨੂੰ ਉਸ ਕੋਲ ਲੈ ਕੇ ਆਈ ਸੀ, ਉਹ ਉਸ ਔਰਤ ਨੂੰ ਕਿਹਾ, ਕੁੜੀ ਤਾਂ ਵੇਖਣ ਨੂੰ ਪਰੀ ਐ ਪਰੀ, ਇਹ ਮੇਰੇ ਕੋਠੇ ਨੂੰ 4 ਚੰਨ ਲਗਾਏਗੀ, ਮਾਲ ਇੱਕਦਮ ਚਕਾਚਕ ਹੈ। ਫਿਰ ਇੱਕ ਐਸਾ ਨਾਮ ਦੀ ਕੁੜੀ ਨੂੰ ਉਸਨੇ ਬੁਲਾਇਆ ਤੇ ਕਿਹਾ, ਐਸਾ ਇਸ ਕੁੜੀ ਨੂੰ ਨੱਚਣਾ ਤੇ ਗਾਉਣਾ ਸਿਖਾ ਦਿਓ, ਜੋ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ। ਫਿਰ ਇੱਕ ਐਸਾ ਨਾਮ ਦੀ ਕੁੜੀ ਆਈ, ਮੈਨੂੰ ਇੱਕ ਕਮਰੇ ਵਿੱਚ ਲੈ ਗਈ। ਉੱਥੇ ਮੈਨੂੰ ਕੁੱਟ ਮਾਰ ਕੇ ਮੇਰੇ ਨਾਲ ਧੱਕੇ ਨਾਲ ਮੈਥੋਂ ਉਹ ਕੰਮ ਕਰਵਾਇਆ ਗਿਆ। 2 ਮਹੀਨੇ ਬਾਅਦ ਜਦੋਂ ਮੈਂ ਉੱਥੇ ਰਹੀ, ਉਹਨਾਂ ਨੂੰ ਮੇਰੇ ਤੇ ਭਰੋਸਾ ਜਿਹਾ ਬਣ ਗਿਆ ਤੇ ਫਿਰ ਮੇਰੀ ਉਹਨਾਂ ਨੇ ਬੋਲੀ ਲਗਾਈ। ਮੈਂ ਜਦੋਂ ਅਜੇ 17 ਸਾਲ ਦੀ ਵੀ ਪੂਰੀ ਨਹੀਂ ਸੀ, ਪਰ ਉਹ ਲੋਕਾਂ ਨੇ ਮੇਰੀ ਇੱਜ਼ਤ ਖੇਰੂ ਖੇਰੂ ਕਰ ਦਿੱਤੀ। ਮੈਨੂੰ ਬਹੁਤ ਦਰਦ ਹੋਇਆ, ਮੇਰੀਆਂ ਚੀਕਾਂ ਨਿਕਲ ਗਈਆਂ, ਪਰ ਉਹ ਲੋਕ ਹਵਸ ਦੀ ਅੱਗ ਵਿੱਚ ਅੰਨੇ ਹੋਇਆਂ ਨੇ ਮੇਰੇ ਤੇ ਕੋਈ ਤਰਸ ਨਹੀਂ ਕੀਤਾ। ਉਹ ਦਿਲ ਵਾਲੇ ਲੋਕ ਨਹੀਂ ਸਨ, ਉਹ ਪੱਥਰ ਦਿਲ ਸਨ, ਪੱਥਰ। ਇੱਕ ਦਿਨ ਮੈਂ ਇੱਥੋਂ ਭੱਜਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਫੜੀ ਗਈ। ਮੈਂ ਪ੍ਰਮਾਤਮਾ ਅੱਗੇ ਅਰਦਾਸਾਂ ਕਰਦੀ, ਹੈ ਪ੍ਰਮਾਤਮਾ, ਮੈਨੂੰ ਇਸ ਕੁੰਭੀ ਨਰਕ 'ਚੋਂ ਕੱਢ ਦਿਓ। ਮੈਨੂੰ ਬੜੀ ਨਫ਼ਰਤ ਹੁੰਦੀ ਜਦੋਂ ਮੇਰੇ ਨਾਲ ਮਰਦਾਂ ਦਾ ਐਸਾ ਵਿਵਹਾਰ ਹੁੰਦਾ। ਪੂਰਾ ਸਾਲ ਰਹਿਣ ਤੋਂ ਬਾਅਦ ਮੈਨੂੰ ਬਾਹਰਲੇ ਮਰਦਾਂ ਨਾਲ ਵੀ ਭੇਜਣ ਲੱਗੇ, ਜੋ ਇਹ ਕੋਠੇ ਦੇ ਪੁਰਾਣੇ ਕਸਟਮਰ ਸਨ, ਤੇ ਵਾਪਸ ਮੈਨੂੰ ਸਵੇਰੇ ਉੱਥੇ ਹੀ ਛੱਡ ਜਾਂਦੇ। ਪਰ ਮੈਂ ਇਹ ਕਸਟਮਰਾਂ ਦੇ ਨਾਲ ਆਹ ਕੰਮ ਜ਼ਰੂਰ ਕਰਦੀ, ਮੈਂ ਇਹਨਾਂ ਨੂੰ ਜ਼ਿਆਦਾ ਸ਼ਰਾਬ ਪਿਲਾ ਦਿਆ ਕਰਾਂ ਰਾਤ ਨੂੰ, ਤਾਂ ਕਿ ਇਹ ਸ਼ਰਾਬੀ ਹੋ ਕੇ ਜਲਦੀ ਸੌਂ ਜਾਣ। ਮੈਂ ਇਹਨਾਂ ਦੀ ਹਵਸ ਦਾ ਸ਼ਿਕਾਰ ਹੋਣ ਤੋਂ ਬਚ ਸਕਾਂ। ਤੇ ਹੁੰਦਾ ਵੀ ਇਸੇ ਤਰ੍ਹਾਂ ਰਿਹਾ। ਪਰ ਇਹ ਲੋਕ ਸਵੇਰੇ ਉੱਠ ਕੇ ਕਹਿੰਦੇ ਕਿ ਅਸੀਂ ਤਾਂ ਕੁਝ ਕੀਤਾ ਹੀ ਨਹੀਂ। ਮੈਂ ਕਹਿਣਾ, ਜੇਕਰ ਤੁਸੀਂ ਲੋਕਾਂ ਨੇ ਕਿਸੇ ਤੋਂ ਪੈਸੇ ਵਸੂਲਣੇ ਹੋਣ ਨਾ, ਫੇਰ ਨਹੀਂ ਤੁਸੀਂ ਸ਼ਰਾਬ ਦੀ ਨਸ਼ੇ ਵਿੱਚ ਪੈਸੇ ਲੈਣੇ ਭੁੱਲਦੇ।
ਮੈਨੂੰ ਪੁੱਛੋ ਮੈਨੂੰ ਰਾਤ ਦਾ ਮੇਰਾ ਕੀ ਹਾਲ ਬਣਾਇਆ ਪਿਆ। ਮੈਂ ਇਹ ਗੱਲਾਂ ਐਸੇ ਤਰੀਕੇ ਨਾਲ ਕਹਿੰਦੀ ਉਹਨਾਂ ਨੂੰ, ਉਹ ਲੋਕ ਮੇਰੀਆਂ ਗੱਲਾਂ ਤੇ ਵਿਸ਼ਵਾਸ ਕਰ ਲੈਂਦੇ। ਇਹ ਨਰਕਾਂ ਦੀ ਜ਼ਿੰਦਗੀ 5 ਸਾਲ ਮੈਂ ਕੱਢੀ। ਮੈਂ ਚੰਗੀ ਤਰ੍ਹਾਂ ਜਾਣਦੀ ਸੀ ਕਿ ਮੈਂ ਅਕਲ ਤੋਂ ਬਿਨਾਂ ਇੱਥੋਂ ਨਹੀਂ ਨਿਕਲ ਸਕਦੀ। ਕਈ ਵਾਰੀ ਤਾਂ ਮੈਨੂੰ ਵੱਡਿਆਂ ਘਰਾਂ ਦੇ ਬੰਦੇ ਵੀ ਲੈ ਕੇ ਜਾਂਦੇ। ਪਹਿਲਾਂ ਤਾਂ ਮੇਰੇ ਨਾਲ ਇੱਕ ਦਲਾਲ ਵੀ ਭੇਜਿਆ ਜਾਂਦਾ ਵੀ ਕਿਤੇ ਇਹ ਭੱਜ ਨਾ ਜਾਵੇ, ਪਰ ਹੌਲੀ-ਹੌਲੀ ਉਹਨਾਂ ਦਾ ਮੇਰੇ ਤੇ ਵਿਸ਼ਵਾਸ ਜਿਹਾ ਬਣ ਗਿਆ। ਉਹਨਾਂ ਨੂੰ ਐਵੇਂ ਜਾਪਦਾ ਸੀ ਕਿ ਮੈਂ ਇਹ ਕੰਮ ਦੀ ਸੁਆਦਣ ਹੋ ਗਈ ਹਾਂ, ਪਰ ਮੈਂ ਕਿੱਥੇ। ਮੈਂ ਜਿਵੇਂ ਕਿਵੇਂ ਕਰਕੇ ਇੱਥੋਂ ਭੱਜਣਾ ਹੀ ਸੀ। ਮੈਨੂੰ ਇਹ ਕੰਮ ਤੋਂ ਬਹੁਤ ਜ਼ਿਆਦਾ ਖਿਝ ਸੀ, ਇਸ ਲਈ ਮੈਨੂੰ ਅੱਜ ਮੌਕਾ ਮਿਲ ਹੀ ਗਿਆ। ਰਾਤ ਦੇ ਕੋਈ 2:30 ਵਜੇ ਮੈਂ ਦੱਬੇ ਪੈਰੀ ਕਮਰੇ 'ਚੋਂ ਬਾਹਰ ਆਈ। ਮੈਨੂੰ ਰਾਤ ਨੂੰ ਇੱਕ ਟੈਕਸੀ ਮਿਲੀ ਤੇ ਸਿੱਧਾ ਬੱਸ ਸਟੈਂਡ ਪਹੁੰਚ ਗਈ। ਉੱਥੇ ਬੱਸ ਸਿੱਧਾ ਹਰਿਆਣੇ ਜਾਣ ਵਾਲੀ ਖੜੀ ਸੀ। ਮੈਂ ਹਰਿਆਣੇ ਵਾਲੀ ਟਿਕਟ ਲੈਤੀ। ਮੈਂ ਜਲਦੀ ਹੀ ਇਸ ਗੰਦੇ ਕੰਮ ਵਾਲੇ ਸ਼ਹਿਰ ਨੂੰ ਛੱਡਣਾ ਸੀ। ਮੈਂ ਬੱਸ ਵਿੱਚ ਬੈਠੀ ਵੀ ਡਰਦੀ ਸਾਂ, ਕਿਉਂਕਿ ਉਹ ਲੋਕਾਂ ਦੀ ਪਹੁੰਚ ਬਹੁਤ ਦੂਰ ਤੱਕ ਸੀ। ਮੈਨੂੰ ਇਹ ਲੱਗਦਾ ਸੀ ਕਿ ਕੋਈ ਪਤਾ ਨਹੀਂ ਬੱਸ ਵਿੱਚ ਵੀ ਉਹਨਾਂ ਦਾ ਕੋਈ ਜਾਸੂਸ ਬੈਠਾ ਹੋਵੇ। ਮੇਰਾ ਦਿਲ ਬਹੁਤ ਡਰਦਾ ਸੀ। ਮੇਰੀ ਜਾਨ ਸੂਲੀ ਤੇ ਟੰਗੀ ਨਜ਼ਰ ਆ ਰਹੀ ਸੀ ਜਦੋਂ ਤੱਕ ਉੱਥੋਂ ਬੱਸ ਨਹੀਂ ਨਿਕਲੀ। ਜਿਉਂ-ਜਿਉਂ ਉਹ ਗੰਦਾ ਸ਼ਹਿਰ ਦੂਰ ਹੁੰਦਾ ਗਿਆ, ਮੈਨੂੰ ਸਾਹ ਸੌਖਾ ਆਉਣਾ ਸ਼ੁਰੂ ਹੋਇਆ। ਕੁਝ ਹੀ ਘੰਟਿਆਂ ਬਾਅਦ ਮੈਂ ਹਰਿਆਣੇ ਪਹੁੰਚ ਗਈ। ਜਦੋਂ ਮੈਂ ਬੱਸ ਉਤਰੀ, ਇੱਥੇ ਬਹੁਤ ਸਾਰੀਆਂ ਟੈਕਸੀਆਂ ਤੇ ਰਿਕਸ਼ੇ ਖੜੇ ਸਨ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕਿੱਥੇ ਨੂੰ ਜਾਵਾਂ। ਮੇਰੇ ਕੋਲ ਜੋ ਪੈਸੇ ਸਨ ਉਹ ਸਾਰੇ ਖਤਮ ਹੋ ਗਏ। ਰਿਕਸ਼ੇ ਵਾਲੇ ਮੈਨੂੰ ਪੁੱਛਣ ਲੱਗੇ, ਮੈਡਮ ਆਪਨੇ ਕਹਾਂ ਜਾਣਾ ਹੈ? ਮੈਂ ਕਿਹਾ ਕहीं ਨਹੀਂ। ਸਵੇਰੇ ਦਾ ਟਾਈਮ ਸੀ, ਮੈਨੂੰ ਬਹੁਤ ਭੁੱਖ ਲੱਗੀ ਹੋਈ ਸੀ। ਮੇਰੇ ਕੋਲ ਕੋਈ ਪੈਸਾ ਵੀ ਨਹੀਂ ਸੀ। ਮੈਂ ਅਣਜਾਣ ਰਸਤੇ ਤੇ ਇਕੱਲੀ ਪੈਦਲ ਹੀ ਚੱਲ ਪਈ। ਅੱਗੇ ਇੱਕ ਕਲੋਨੀ ਜਿਹੀ ਆਈ। ਇੰਜ ਲੱਗਦਾ ਸੀ ਜਿਵੇਂ ਇੱਥੇ ਕੋਈ VIP ਬੰਦੇ ਰਹਿੰਦੇ ਹੋਣ। ਮੈਂ ਸੋਚਿਆ ਵੀ ਇੱਥੇ ਕਿਸੇ ਨਾ ਕਿਸੇ ਘਰੇ ਮੈਨੂੰ ਕੰਮ ਕਰਨ ਲਈ ਮਿਲ ਸਕਦਾ। ਕਿਉਂ ਨਾ ਨੌਕਰੀ ਲਈ ਕਿਸੇ ਵੀ ਘਰ ਦਾ ਦਰਵਾਜ਼ੇ ਦੀ ਘੰਟੀ ਖੜਕਾਵਾਂ। ਮੈਂ ਇਸ ਗਲੀ ਵਿੱਚ ਘਰ ਜਾ ਕੇ ਪੁੱਛਿਆ, ਪਰ ਕਿਸੇ ਨੇ ਹਾਂ ਨਹੀਂ ਕੀਤੀ। ਮੈਂ ਕੁਝ ਥੋੜਾ ਅੱਗੇ ਗਈ। ਮੈਨੂੰ ਲੱਗਿਆ ਜਿਵੇਂ ਮੇਰਾ ਕੋਈ ਪਿੱਛਾ ਕਰਦਾ ਹੋਵੇ। ਮੈਂ ਪਿੱਛੇ ਦੇਖਿਆ, ਸੱਚਮੁੱਚ ਹੀ ਇੱਕ ਮੁੰਡਾ ਮੇਰੇ ਪਿੱਛੇ ਸੀ ਤੇ ਝਾਕ ਵੀ ਮੇਰੇ ਵੱਲ ਹੀ ਰਿਹਾ ਸੀ। ਮੈਂ ਤੇਜ਼ ਤੁਰਨ ਲੱਗੀ ਤੇ ਉਹ ਪਿੱਛੋਂ ਆਵਾਜ਼ ਮਾਰਨ ਲੱਗਿਆ, 1 ਮਿੰਟ ਮੈਡਮ, ਬਾਤ ਸੁਣੋ। ਇਹ ਮੁੰਡੇ ਨੂੰ ਦੇਖ ਕੇ ਮੈਨੂੰ ਇਉਂ ਲੱਗਿਆ ਜਿਵੇਂ ਇਹ ਉਹਨਾਂ ਦਾ ਹੀ ਬੰਦਾ ਹੋਵੇ ਜਿੱਥੋਂ ਮੈਂ ਭੱਜ ਕੇ ਆਈ ਹਾਂ। ਇਹ ਤੋਂ ਪਹਿਲਾਂ ਕਿ ਮੈਂ ਭੱਜਣ ਲੱਗੀ, ਉਹ ਕਹਿਣ ਲੱਗਿਆ, ਮੈਨੂੰ ਨੌਕਰਾਣੀ ਦੀ ਜ਼ਰੂਰਤ ਹੈ। ਕੀ ਤੁਸੀਂ ਮੇਰੇ ਘਰ ਕੰਮ ਕਰੋਗੇ? ਮੈਂ ਸੋਚਿਆ ਵੀ ਹੋ ਸਕਦਾ ਹੈ ਇਹਨੇ ਮੈਨੂੰ ਘਰ ਕੰਮ ਮੰਗਦੀ ਦੇਖ ਕੇ ਸੁਣ ਲਿਆ ਹੋਵੇ। ਮੈਂ ਉੱਥੇ ਹੀ ਰੁਕ ਗਈ। ਉਹ ਮੇਰੇ ਕੋਲ ਆਇਆ, ਕਹਿੰਦਾ, ਜੀ ਸਾਨੂੰ ਐਸੀ ਕੰਮ ਵਾਲੀ ਦੀ ਜ਼ਰੂਰਤ ਹੈ ਜੋ ਮੇਰੇ ਘਰ ਰਹਿ ਕੇ ਦਿਨ ਰਾਤ ਕੰਮ ਕਰ ਸਕਦੀ ਹੋਵੇ। ਪਰ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦੇਵਾਂ ਕਿ ਮੈਂ ਇੱਥੋਂ ਦਾ ਰਹਿਣ ਵਾਲਾ ਨਹੀਂ ਹਾਂ। ਮੈਂ ਇੱਥੇ ਮੇਰੇ ਮਿੱਤਰ ਨੂੰ ਮਿਲਣ ਆਇਆ ਸੀ। ਤੁਹਾਨੂੰ ਲੋਕਾਂ ਦੇ ਘਰ ਕੰਮ ਮੰਗਦੀ ਦੇਖ ਕੇ ਮੈਂ ਸੋਚਿਆ ਵੀ ਇਹ ਕੁੜੀ ਕੰਮ ਦੀ ਜ਼ਰੂਰਤਮੰਦ ਲੱਗਦੀ ਹੈ। ਮੈਂ ਉਹ ਮੁੰਡੇ ਨੂੰ ਧਿਆਨ ਨਾਲ ਵੇਖਿਆ। ਮੈਨੂੰ ਲੱਗਿਆ ਵੀ ਪਤਾ ਨਹੀਂ ਸੱਚ ਬੋਲਦਾ ਜਾਂ ਝੂਠ। ਮੈਨੂੰ ਕੰਮ ਦੀ ਸਖਤ ਜ਼ਰੂਰਤ ਸੀ। ਮੈਂ ਪੁੱਛਿਆ, ਤੁਹਾਡਾ ਘਰ ਕਿੱਥੇ ਹੈ? ਉਹ ਕਹਿੰਦਾ, ਬਸ ਆ ਨਾਲ ਹੀ ਹੈ ਜੀ, ਆ ਜਾਓ ਮੈਂ ਦਿਖਾ ਦਿੰਦਾ ਹਾਂ। ਥੋੜਾ ਸਮਾਂ ਤਾਂ ਸੋਚਣ ਲਈ ਮਜਬੂਰ ਹੋਈ ਮੈਂ, ਕੀ ਕਰਾਂ, ਜਾਵਾਂ ਜਾਂ ਨਾ। ਮੈਂ ਕਿਹਾ ਚਲੋ ਠੀਕ ਹੈ, ਪਰ ਮੈਂ ਉਸ ਵਕਤ ਡਰ ਗਈ ਜਦੋਂ ਉਸਨੇ ਇੱਕ ਕਿਰਾਏ ਵਾਲੀ ਟੈਕਸੀ ਡਰਾਈਵਰ ਨੂੰ ਰਸਤਾ ਸਮਝਾਇਆ ਤੇ ਮੈਨੂੰ ਪਿਛਲੀ ਸੀਟ ਤੇ ਬੈਠਣ ਲਈ ਕਿਹਾ। ਮੈਂ ਸੋਚਿਆ ਵੀ ਕੀ ਇਹ ਇੱਥੋਂ ਦਾ ਰਹਿਣ ਵਾਲਾ ਨਹੀਂ। ਮੇਰੇ ਡਰੇ ਹੋਏ ਚਿਹਰੇ ਨੂੰ ਵੇਖ ਕੇ ਉਹ ਸਮਝ ਗਿਆ ਤੇ ਕਹਿੰਦਾ, ਜੀ ਮੇਰੇ ਤੇ ਵਿਸ਼ਵਾਸ ਕਰੋ, ਮੈਂ ਕੋਈ ਐਸਾ ਵੈਸਾ ਬੰਦਾ ਨਹੀਂ ਹਾਂ। ਮੈਨੂੰ ਘਰ ਵਿੱਚ ਕੰਮ ਵਾਲੀ ਦੀ ਸਖਤ ਜ਼ਰੂਰਤ ਹੈ। ਮੈਂ ਨਾ ਜਾਣੇ ਟੈਕਸੀ ਵਿੱਚ ਬੈਠ ਗਈ। ਮੈਨੂੰ ਮੇਰੀ ਕਿਸਮਤ ਤੇ ਹੀ ਛੱਡ ਦਿੱਤਾ। ਮੈਂ ਸੋਚਿਆ ਵੀ ਦੇਖੀ ਜਾਊ ਕੀ ਬਣੂ। ਥੋੜੇ ਸਮੇਂ ਦੇ ਸਫ਼ਰ ਤੋਂ ਬਾਅਦ ਟੈਕਸੀ ਇੱਕ ਮਕਾਨ ਦੇ ਅੱਗੇ ਰੁਕੀ। ਮੈਂ ਟੈਕਸੀ 'ਚੋਂ ਉਤਰੀ ਤੇ ਉਹ ਮੁੰਡਾ ਟੈਕਸੀ ਵਾਲੇ ਨੂੰ ਪੈਸੇ ਦੇ ਕੇ ਮੈਨੂੰ ਮਕਾਨ ਦੇ ਅੰਦਰ ਲੈ ਗਿਆ। ਅੰਦਰ ਆਉਂਦਿਆਂ ਹੀ ਮੈਂ ਵੇਖਿਆ ਉਸ ਘਰ ਵਿੱਚ ਕੋਈ ਜਨਾਨੀ ਨਹੀਂ ਸੀ। ਇਹ ਮੁੰਡਾ ਇਕੱਲਾ ਹੀ ਰਹਿੰਦਾ ਸੀ। ਇਹ ਸਭ ਦੇਖ ਕੇ ਮੈਂ ਹੈਰਾਨ ਹੋ ਗਈ। ਮੈਂ ਉਸ ਮੁੰਡੇ ਨੂੰ ਜਵਾਬ ਦੇ ਦਿੱਤਾ ਕਿ ਮੈਂ ਇੱਥੇ ਕੰਮ ਨਹੀਂ ਕਰ ਸਕਦੀ ਜਿੱਥੇ ਕੋਈ ਜਨਾਨੀ ਨਾ ਹੋਵੇ। ਮੇਰੀਆਂ ਗੱਲਾਂ ਸੁਣ ਕੇ ਉਹਨੇ ਕਿਹਾ, ਹਾਂ ਮੈਂ ਇਕੱਲਾ ਹੀ ਰਹਿੰਦਾ ਹਾਂ। ਮੈਂ ਇੱਥੇ ਨੌਕਰੀ ਕਰਦਾ ਹਾਂ। ਮੇਰੇ ਪਰਿਵਾਰ ਵਾਲੇ ਪਿੰਡ ਰਹਿੰਦੇ ਹਨ। ਮੇਰੀ ਗੱਲ ਧਿਆਨ ਨਾਲ ਸੁਣੋ।
ਮੈਂ ਸ਼ਰੀਫ ਸਾਊ ਮੁੰਡਾ ਹਾਂ। ਸਾਰਾ ਦਿਨ ਮੈਂ ਘਰ ਤੋਂ ਬਾਹਰ ਹੀ ਰਹਿਣਾ। ਮੇਰੇ ਵੱਲੋਂ ਤੁਹਾਨੂੰ ਕੋਈ ਤਕਲੀਫ ਨਹੀਂ ਹੋਊ। ਬਸ ਤੁਸੀਂ ਤਾਂ ਸਿਰਫ ਮੇਰੇ ਕੱਪੜੇ ਧੋਣੇ ਐ ਜਾਂ ਘਰ ਦੀ ਸਫਾਈ। ਬਸ ਜਦੋਂ ਮੈਂ ਸ਼ਾਮ ਨੂੰ ਆਉਣਾ ਤੁਸੀਂ ਖਾਣਾ ਬਣਾ ਕੇ ਰੱਖ ਦੇਣਾ। ਮੈਂ ਰਾਤ ਨੂੰ ਲੇਟ ਹੀ ਘਰ ਪਹੁੰਚਿਆ ਕਰਾਂਗਾ। ਬਸ ਤੁਸੀਂ ਸਾਰਾ ਕੰਮ ਕਾਰ ਨਿਬੇੜ ਕੇ ਆਪਣੇ ਕਮਰੇ ਵਿੱਚ ਜਾਇਆ ਕਰੋ। ਜੇ ਤੁਹਾਨੂੰ ਠੀਕ ਲੱਗੇ ਕਮਰੇ ਦੀ ਅੰਦਰੋਂ ਕੁੰਡੀ ਲਗਾ ਲਿਆ ਕਰੋ। ਮੈਂ ਤਾਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਉਸਨੂੰ। ਕਿਉਂ ਮੈਂ ਉਸ 'ਤੇ ਭਰੋਸਾ ਕਰਦੀ। ਫਿਰ ਮੈਨੂੰ ਕਹਿੰਦਾ ਜੇ ਕੋਈ ਤਨਖਾਹ ਦਾ ਚੱਕਰ ਹੈ ਤਾਂ ਦੱਸੋ, ਮੈਂ ਤਨਖਾਹ ਵੀ ਵੱਧ ਦੇ ਦਿਉ। ਮੈਂ ਕਿਹਾ ਵੀ ਨਹੀਂ, ਮੈਂ ਤਾਂ ਇੱਥੇ ਕੰਮ ਹੀ ਨਹੀਂ ਕਰਨਾ। ਇੰਨਾ ਕਹਿ ਮੈਂ ਉਹਦੇ ਘਰ ਚੋਂ ਬਾਹਰ ਆਈ। ਬਾਹਰ ਆਉਂਦਿਆਂ ਹੀ ਫੇਰ ਮੇਰੇ ਲਈ ਉਹੀ ਮੁਸ਼ਕਲ ਸੀ ਵੀ ਜਾਵਾਂ ਤਾਂ ਕਿੱਥੇ ਜਾਵਾਂ। ਉਸ ਵਕਤ ਟੀਟ ਦੁਪਹਿਰਾ ਹੋ ਚੁੱਕਿਆ ਸੀ। ਦੂਸਰਾ ਸੁੰਨਸਾਨ ਰਾਹ। ਮੈਂ ਚੱਲਦੇ ਚੱਲਦੇ ਸੋਚਦੀ ਜਾ ਰਹੀ ਸਾਂ। ਇੰਨੇ ਨੂੰ ਇੱਕ ਮਰੂਤੀ ਵੈਨ ਮੇਰੇ ਮੂਹਰੇ ਆ ਕੇ ਰੁਕੀ। ਮਰੂਤੀ ਵੈਨ 'ਚ 4-5 ਮਸਟੰਡੇ ਸਨ। ਉਹਨਾਂ ਵਿੱਚੋਂ ਇੱਕ ਬੋਲਿਆ, ਪਿਛਲੀ ਤਾਕੀ ਜਲਦੀ ਖੋਲੋ, ਕੁੜੀ ਨੂੰ ਗੱਡੀ 'ਚ ਸੁੱਟੋ। ਇੰਨਾ ਸਭ ਸੁਣਦੇ ਸਾਰ ਹੀ ਮੈਂ ਉੱਥੋਂ ਭੱਜ ਲਈ। ਉਹ ਮਰੂਤੀ ਵੈਨ ਮੇਰਾ ਪਿੱਛਾ ਕਰਦੀ ਹੋਈ ਉਸੇ ਘਰ ਆ ਗਈ ਜਿੱਥੋਂ ਮੈਂ ਆਈ ਸਾਂ। ਮੈਂ ਕਿਹਾ ਜਲਦੀ ਜਲਦੀ ਗੇਟ ਖੋਲੋ, ਮੈਨੂੰ ਬਚਾਓ। ਉਹ ਗੱਡੀ ਮੇਰੇ ਕੋਲ ਆਈ। ਇੱਕ ਮਸਟੰਡਾ ਉਸ ਗੱਡੀ 'ਚੋਂ ਉਤਰਿਆ ਤੇ ਮੈਨੂੰ ਫੜਨ ਹੀ ਲੱਗਿਆ ਸੀ। ਇੰਨੇ ਨੂੰ ਉਸ ਮੁੰਡੇ ਨੇ ਗੇਟ ਖੋਲ੍ਹ ਦਿੱਤਾ ਜਿਸ ਕੋਲ ਮੈਂ ਕੰਮ ਕਰਨ ਲਈ ਆਈ ਸੀ। ਮੈਂ ਉਹਦੇ ਪਿੱਛੇ ਜਾ ਕੇ ਲੁਕੀ ਤੇ ਕਿਹਾ, ਇਹ ਮੁੰਡੇ ਮੈਨੂੰ ਜ਼ਬਰਦਸਤੀ ਚੱਕ ਕੇ ਲਿਜਾਣ ਨੂੰ ਫਿਰਦੇ ਨੇ, ਪਲੀਜ਼ ਮੈਨੂੰ ਇਹਨਾਂ ਤੋਂ ਬਚਾਓ। ਉਹ ਮਸਟੰਡੇ ਬਾਹਰ ਖੜ ਕੇ ਕਹਿੰਦੇ ਆਪਣੀ ਖੈਰੀਅਤ ਚਾਹੁੰਦਾ ਓਏ ਤਾਂ ਕੁੜੀ ਨੂੰ ਸਾਡੇ ਹਵਾਲੇ ਕਰ ਦੇ, ਨਹੀਂ ਤਾਂ ਤੇਰਾ ਉਹ ਹਾਲ ਕਰਾਂਗੇ ਕਿ ਤੂੰ ਸੋਚਿਆ ਵੀ ਨਹੀਂ ਹੋਣਾ। ਉਹ ਕਹਿਣ ਲੱਗਾ, ਜੇ ਤੁਸੀਂ ਆਪਣੀ ਸਲਾਮਤੀ ਚਾਹੁੰਦੇ ਹੋ ਤਾਂ ਵਾਪਸ ਚਲੇ ਜਾਓ। ਜੇ ਦੁਬਾਰਾ ਮੈਨੂੰ ਇਸ ਗਲੀ ਵਿੱਚ ਨਜ਼ਰ ਆਏ ਤਾਂ ਮੈਂ ਤੁਹਾਡਾ ਉਹ ਹਾਲ ਬਣਾ ਦਿਉ, ਤੁਸੀਂ ਆਪਣੀ ਸ਼ਕਲ ਵੀ ਨਹੀਂ ਪਹਿਚਾਨਣੀ। ਇੰਨਾ ਬੋਲਦੇ ਹੋਏ ਉਹ ਮੁੰਡੇ ਨੇ ਆਪਣਾ ਕਾਰਡ ਦਿਖਾਇਆ ਤੇ ਕਾਰਡ ਦੇਖਦੇ ਹੀ ਉਹ ਮਸਟੰਡੇ ਗੱਡੀ ਲੈ ਕੇ ਭੱਜ ਗਏ, ਕਿਉਂਕਿ ਉਹ ਮੁੰਡਾ ਇੱਕ ਪੁਲਿਸ ਅਫਸਰ ਸੀ। ਜਦੋਂ ਉਹ ਚਲੇ ਗਏ ਮੈਨੂੰ ਇਸ ਮੁੰਡੇ ਨੇ ਕਿਹਾ, ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਜਾ ਸਕਦੇ ਹੋ, ਕਹੋ ਤਾਂ ਤੁਹਾਨੂੰ ਮੈਂ ਘਰੇ ਛੱਡ ਆਉਂਦਾ ਹਾਂ। ਉਹਦੀ ਮੇਰੇ ਪ੍ਰਤੀ ਹਮਦਰਦੀ ਦੇਖ ਕੇ ਮੈਂ ਬਹੁਤ ਸ਼ਰਮਿੰਦਾ ਹੋਈ। ਉਹ ਸੱਚਮੁੱਚ ਹੀ ਬਹੁਤ ਵਧੀਆ ਬੰਦਾ ਸੀ ਤੇ ਫਿਰ ਉੱਤੋਂ ਪੁਲਿਸ ਆਫੀਸਰ ਸੀ। ਮੈਂ ਕਿਹਾ, ਜੀ ਮੇਰਾ ਇੱਥੇ ਕੋਈ ਨਹੀਂ, ਮੈਂ ਤਾਂ ਇੱਥੇ ਨੌਕਰੀ ਦੀ ਭਾਲ ਵਿੱਚ ਆਈ ਸਾਂ। ਮੈਂ ਜਿੰਨਾ ਕੰਫਰਟੇਬਲ ਉਸਦੇ ਘਰ ਮਹਿਸੂਸ ਕਰਦੀ, ਸ਼ਾਇਦ ਹੀ ਮੈਂ ਕਿਤੇ ਹੋਰ ਕੰਫਰਟੇਬਲ ਮਹਿਸੂਸ ਕਰਦੀ। ਮੈਂ ਉਹਨੂੰ ਇਹ ਸਭ ਝੂਠ ਬੋਲਿਆ ਸੀ ਕਿਉਂਕਿ ਸੱਚ ਸੁਣ ਕੇ ਤਾਂ ਉਹਨੇ ਮੈਨੂੰ ਬੁਰੀ ਸਮਝਣਾ ਸੀ। ਮੇਰੀ ਸੱਚਾਈ ਜਾਣਨ ਤੋਂ ਬਾਅਦ ਮੈਨੂੰ ਸ਼ਾਇਦ ਹੀ ਉਹ ਨੌਕਰੀ ਤੇ ਰੱਖਦਾ। ਮੈਂ ਉਹਦੇ ਘਰ ਕੰਮ ਕਰਨ ਲੱਗੀ। ਸੱਚੀ ਉਹ ਸਵੇਰੇ ਜਲਦੀ ਹੀ ਉੱਠ ਕੇ ਨਾਸ਼ਤਾ ਕਰਕੇ ਡਿਊਟੀ ਤੇ ਚਲਾ ਜਾਂਦਾ ਤੇ ਰਾਤ ਨੂੰ ਕੋਈ 11 ਵਜੇ ਦੇ ਕਰੀਬ ਘਰ ਵਾਪਸ ਆਉਂਦਾ। ਮੈਂ ਪੂਰਾ ਦਿਨ ਘਰੇ ਹੀ ਰਹਿੰਦੀ। ਰਾਤ ਨੂੰ ਉਹਦੇ ਆਉਣ ਤੋਂ ਪਹਿਲਾਂ ਰੋਟੀ ਸਬਜ਼ੀ ਬਣਾ ਕੇ ਕਮਰੇ ਵਿੱਚ ਚਲੀ ਜਾਂਦੀ। ਮੈਂ ਉਹਦੀ ਰੋਟੀ ਟਿਫਨ 'ਚ ਪੈਕ ਕਰਕੇ ਰਸੋਈ ਵਿੱਚ ਹੀ ਰੱਖ ਦਿੰਦੀ। ਉਹ ਆ ਕੇ ਆਪਣੇ ਆਪ ਖਾ ਲੈਂਦਾ। ਇੱਕ ਦਿਨ ਕੋਈ ਸਵੇਰ ਦੇ 6 ਵਜੇ ਕਮਰੇ 'ਚੋਂ ਹਾਏ ਹਾਏ ਦੀ ਆਵਾਜ਼ ਆਉਣ ਲੱਗੀ। ਮੈਂ ਬਾਹਰ ਨਿਕਲੀ ਤਾਂ ਮੈਂ ਉਹਦੀ ਹਾਏ ਹਾਏ ਦੀ ਆਵਾਜ਼ ਸੁਣੀ। ਉਸ ਦਿਨ ਉਹ ਘਰੇ ਹੀ ਸੀ, ਪਰ ਹਾਏ ਹਾਏ ਕਿਉਂ ਕਰ ਰਿਹਾ ਸੀ? ਮੈਂ ਪਹਿਲਾਂ ਤਾਂ ਸੋਚਿਆ ਵੀ ਉਹਦੇ ਕਮਰੇ 'ਚ ਜਾ ਕੇ ਦੇਖਦੀ ਹਾਂ, ਪਰ ਸੋਚਿਆ ਵੀ ਪਤਾ ਨਹੀਂ ਇਹ ਕੀ ਸੋਚੂ, ਮੈਂ ਇਸ ਦੇ ਕਮਰੇ ਵਿੱਚ ਕਿਉਂ ਆਈ ਹਾਂ। ਮੈਂ ਜ਼ਿਆਦਾ ਕੁਝ ਨਾ ਸੋਚਦਿਆਂ ਉਸ ਦੇ ਕਮਰੇ 'ਚ ਚਲੀ ਗਈ। ਉਹ ਬੈੱਡ ਤੇ ਪਏ ਸਨ। ਮੈਂ ਨੇੜੇ ਹੋ ਕੇ ਪੁੱਛਿਆ, ਸਾਹਿਬ ਜੀ ਅੱਜ ਆਪ ਜੀ ਘਰੇ ਹੀ ਹੋ, ਡਿਊਟੀ ਤੇ ਨਹੀਂ ਗਏ? ਤੁਹਾਡੀ ਸਿਹਤ ਠੀਕ ਵੀ ਹੈ ਜਾਂ ਨਹੀਂ? ਮੇਰਾ ਬੋਲ ਸੁਣਦਿਆਂ ਹੀ ਉਸਨੇ ਅੱਖ ਖੋਲੀ ਤੇ ਮੈਨੂੰ ਕਿਹਾ ਕਿ ਮੈਨੂੰ ਬਹੁਤ ਤੇਜ਼ ਬੁਖਾਰ ਚੜ੍ਹ ਗਿਆ, ਮੇਰੇ ਲਈ ਚਾਹ ਬਣਾ ਦਿਓ। ਮੈਂ ਰਸੋਈ ਵਿੱਚ ਗਈ, ਰੋਟੀ ਤੇ ਚਾਹ ਦੋਨੋਂ ਹੀ ਬਣਾ ਲਈ। 3 ਦਿਨ ਉਸਨੂੰ ਲਗਾਤਾਰ ਤੇਜ਼ ਬੁਖਾਰ ਰਿਹਾ। ਸਾਰੀ ਸਾਂਭ ਸੰਭਾਲ, ਦੇਖਭਾਲ, ਦਵਾਈ ਮੈਂ ਹੀ ਕਰਦੀ ਰਹੀ ਤੇ ਉਹਦਾ ਬਹੁਤ ਖਿਆਲ ਰੱਖਿਆ। ਇਹਨਾਂ ਦਿਨਾਂ ਵਿੱਚ ਸਾਡੀ ਆਪਸੀ ਥੋੜ੍ਹੀ ਗੱਲਬਾਤ ਵੀ ਹੋਣ ਲੱਗੀ। ਮੈਨੂੰ ਉਹ ਕਹਿੰਦਾ, ਤੁਸੀਂ ਬਹੁਤ ਚੰਗੇ ਹੋ, ਤੁਸੀਂ ਮੇਰੀ ਬਹੁਤ ਚੰਗੀ ਤਰ੍ਹਾਂ ਵਧੀਆ ਕੇਅਰ ਕੀਤੀ। ਉਹ ਆਪ ਵੀ ਬਹੁਤ ਵਧੀਆ ਬੰਦਾ ਸੀ। ਸਾਡੀਆਂ ਗੱਲਾਂ ਬਾਤਾਂ ਅੱਗੇ ਚੱਲੀਆਂ। ਉਹ ਮੈਨੂੰ ਮੇਰੇ ਘਰਦਿਆਂ ਬਾਰੇ ਪੁੱਛਦਾ ਤੇ ਮੈਂ ਸਭ ਝੂਠ ਦੱਸਦੀ ਰਹੀ। ਇੱਕ ਰਾਤ ਉਹ 1 ਵਜੇ ਤੱਕ ਵਾਪਸ ਨਾ ਆਇਆ। ਮੈਨੂੰ ਉਹਦੀ ਫਿਕਰ ਸਤਾਉਣ ਲੱਗੀ। ਪੁਲਿਸ ਦੀ ਨੌਕਰੀ 'ਚ ਹਾਦਸੇ ਦਾ ਹੋਣਾ ਇੱਕ ਆਮ ਜਿਹੀ ਗੱਲ ਹੁੰਦੀ ਹੈ। ਇਹ ਗੱਲ ਸੋਚ ਕੇ ਮੇਰਾ ਮਨ ਘਬਰਾ ਰਿਹਾ ਸੀ। ਸ਼ਾਇਦ ਮੈਂ ਉਸ ਨੂੰ ਪਿਆਰ ਕਰਨ ਲੱਗ ਪਈ ਸੀ।
ਉਹਦੀ ਉਡੀਕ 'ਚ ਬੈਠੀ ਮੈਨੂੰ 3 ਵੱਜ ਗਏ, ਪਰ ਉਹ ਨਹੀਂ ਆਇਆ। ਹੌਲੀ-ਹੌਲੀ 4 ਵੱਜ ਗਏ। ਮੈਂ ਟੈਨਸ਼ਨ ਵਿੱਚ ਸਾਂ। ਇੰਨੇ ਨੂੰ ਗੇਟ ਖੋਲ੍ਹਿਓ ਜੀ ਦੀ ਆਵਾਜ਼ ਬਾਹਰੋਂ ਆਈ, ਪਰ ਜਦੋਂ ਮੈਂ ਗੇਟ ਖੋਲ੍ਹਿਆ ਉਹ ਖੂਨ ਨਾਲ ਲੱਥ-ਪੱਥ ਹੋਇਆ। ਉਸਦੀ ਬਾਂਹ ਅਰ ਲੱਤ 'ਤੇ ਕੋਈ ਸੱਟ ਵੱਜੀ ਹੋਈ ਸੀ। ਮੈਂ ਜ਼ਖਮੀ ਹੋਏ ਸਰੀਰ ਨੂੰ ਦੇਖ ਕੇ ਪਰੇਸ਼ਾਨ ਹੋ ਗਿਆ। ਮੈਂ ਉਹਦੇ ਗਲ ਲੱਗ ਰੋਣ ਲੱਗੀ। ਕੀ ਹੋਇਆ ਤੁਹਾਨੂੰ? ਆਹ ਸੱਟਾਂ ਕਿਵੇਂ ਵੱਜੀਆਂ? ਤੁਸੀਂ ਕਿੱਥੇ ਸੀ? ਮੈਂ ਇੱਥੇ ਕਦੋਂ ਦੀ ਤੁਹਾਡੀ ਵੇਟ ਕਰਕੇ ਪਰੇਸ਼ਾਨ ਹੋ ਰਹੀ ਹਾਂ। ਇੱਕ ਸਾਹ ਵਿੱਚ ਹੀ ਪਤਾ ਨਹੀਂ ਕਿੰਨੇ ਕੁ ਲਫ਼ਜ਼ ਬੋਲ ਦਿੱਤੇ। ਉਹ ਮੇਰੇ ਤੋਂ 2 ਫੁੱਟ ਪਿੱਛੇ ਹਟ ਗਿਆ। ਮੈਨੂੰ ਮੇਰੀ ਗਲਤੀ ਤੇ ਬੜਾ ਪਛਤਾਵਾ ਹੋਇਆ। ਉਹ ਮੈਨੂੰ ਕਹਿੰਦਾ ਮੇਰੀ ਨੌਕਰੀ ਹੀ ਕੁਝ ਇਹੋ ਜਿਹੀ ਹੈ, ਤੇ ਲੰਗ ਮਾਰਦਾ ਅੱਗੇ ਆਪਣੇ ਕਮਰੇ 'ਚ ਚਲਾ ਗਿਆ। ਮੈਨੂੰ ਮੇਰੀ ਗਲਤੀ ਤੇ ਬੜਾ ਪਛਤਾਵਾ ਲੱਗਿਆ। ਠੀਕ ਹੈ, ਮੈਂ ਪਰੇਸ਼ਾਨ ਸੀ, ਪਰ ਅਣਜਾਣਪੁਣੇ ਵਿੱਚ ਜਿਹੜੀ ਗਲਤੀ ਮੈਂ ਕਰ ਬੈਠੀ ਸੀ ਉਹ ਠੀਕ ਨਹੀਂ ਸੀ। ਮੈਂ ਮੇਰੇ ਕਮਰੇ 'ਚ ਚਲੀ ਗਈ। ਰਾਤ ਨੂੰ ਮੈਨੂੰ ਆਪਣੇ ਤੇ ਹੀ ਅਫਸੋਸ ਹੋ ਰਿਹਾ ਸੀ, ਪਰ ਸਵੇਰੇ ਜਦੋਂ ਉੱਠੀ ਉਹ ਨਾਸ਼ਤਾ ਕਰ ਰਿਹਾ ਸੀ। ਮੈਨੂੰ ਵੇਖ ਕੇ ਮਿੱਠਾ ਹੱਸਣ ਲੱਗਿਆ। ਕਹਿੰਦਾ ਆ ਜਾਓ, ਤੁਸੀਂ ਵੀ ਨਾਸ਼ਤਾ ਕਰ ਲਓ, ਮੈਂ ਤੁਹਾਡਾ ਵੀ ਬਣਾਇਆ। ਮੈਂ ਕਿਹਾ ਤੁਹਾਨੂੰ ਇੰਨੀਆਂ ਸੱਟਾਂ ਵੱਜੀਆਂ, ਤੁਸੀਂ ਕਿਉਂ ਬਣਾਇਆ? ਮੈਨੂੰ ਕਹਿ ਦਿੰਦੇ। ਮੈਨੂੰ ਕਹਿੰਦਾ ਕਿਹੜੇ ਹੱਕ ਨਾਲ ਕਹਿੰਦਾ ਮੈਂ ਤੁਹਾਨੂੰ? ਉਹਦੇ ਇਸ ਸਵਾਲ ਨੇ ਮੈਨੂੰ ਚੁੱਪ ਕਰਵਾ ਦਿੱਤਾ। ਮੈਂ ਉਹਦੇ ਵੱਲ ਦੇਖਣ ਲੱਗੀ। ਮੈਨੂੰ ਕਹਿੰਦਾ ਇੱਥੇ ਬੈਠ ਜਾਓ, ਮੈਂ ਤੁਹਾਡੇ ਨਾਲ ਕੋਈ ਖਾਸ ਗੱਲ ਕਰਨੀ ਹੈ। ਉਹਨੇ ਮੈਨੂੰ ਨਾਸ਼ਤਾ ਕਰਨ ਲਈ ਕਿਹਾ। ਉਹਦੀ ਗੱਲ ਸੁਣ ਕੇ ਮੈਂ ਖਾਮੋਸ਼ ਜਿਹੀ ਹੋ ਕੇ ਨਾਸ਼ਤਾ ਕਰਨ ਲੱਗੀ। ਉਹ ਮੇਰੇ ਵੱਲ ਦੇਖ ਰਿਹਾ ਸੀ। ਕਹਿੰਦਾ ਤੁਸੀਂ ਮੈਨੂੰ ਬਹੁਤ ਵਧੀਆ ਲੱਗਦੇ ਹੋ, ਮੈਂ ਤੁਹਾਨੂੰ ਪਸੰਦ ਕਰਦਾ ਹਾਂ। ਮੈਨੂੰ ਨਹੀਂ ਲੱਗਦਾ ਮੈਂ ਤੁਹਾਡੇ ਬਗੈਰ ਇਸ ਦੁਨੀਆ ਤੇ ਜ਼ਿੰਦਾ ਰਹਿ ਜਾਊਂਗਾ। ਇਸ ਲਈ ਜੇ ਆਪਾਂ ਵਿਆਹ ਕਰਵਾ ਲਈਏ। ਹੁਣ ਤੁਸੀਂ ਦੱਸੋ ਮੈਨੂੰ ਕਦੋਂ ਮਿਲਾਓਗੇ ਤੁਹਾਡੇ ਘਰਦਿਆਂ ਨੂੰ? ਮੇਰੇ ਘਰਦਿਆਂ ਵੱਲੋਂ ਤਾਂ ਮੈਨੂੰ ਪੂਰੀ ਇਜਾਜ਼ਤ ਹੈ ਮਰਜ਼ੀ ਦਾ ਵਿਆਹ ਕਰਵਾਉਣ ਦੀ। ਇਸ ਗੱਲ ਨੇ ਤਾਂ ਮੇਰੇ ਚਿਹਰੇ ਦਾ ਰੰਗ ਹੀ ਉਡਾ ਦਿੱਤਾ। ਮੈਂ ਫੇਰ ਇੱਕ ਝੂਠ ਬੋਲ ਦਿੱਤਾ ਸੀ ਕਿ ਮੈਂ ਤਾਂ ਘਰੋਂ ਭੱਜ ਕੇ ਆਈ ਹਾਂ, ਕਿਉਂਕਿ ਮੇਰੇ ਘਰ ਦੇ ਮੇਰਾ ਵਿਆਹ ਕਿਤੇ ਹੋਰ ਕਰਨਾ ਚਾਹੁੰਦੇ ਸਨ। ਉਹ ਮੇਰੀਆਂ ਗੱਲਾਂ ਬਹੁਤ ਧਿਆਨ ਨਾਲ ਸੁਣ ਰਿਹਾ ਸੀ। ਫੇਰ ਕਹਿਣ ਲੱਗਿਆ ਜੇਕਰ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਆਪਾਂ ਵਿਆਹ ਕਰਵਾ ਲੈਂਦੇ ਹਾਂ। ਮੈਂ ਹਾਂ ਵਿੱਚ ਜਵਾਬ ਦਿੰਦਿਆਂ ਆਪਣਾ ਸਿਰ ਹਿਲਾ ਦਿੱਤਾ। ਮੈਂ ਅੰਦਰੋਂ ਬੜੀ ਖੁਸ਼ ਸਾਂ, ਕਿਉਂਕਿ ਮੈਨੂੰ ਇੱਜ਼ਤ ਦੀ ਜ਼ਿੰਦਗੀ ਜੋ ਮਿਲਣ ਲੱਗੀ ਸੀ, ਜਿਹਦੀ ਆਸ ਬਹੁਤ ਕੁੜੀਆਂ ਆਪਣੇ ਦਿਲਾਂ 'ਚ ਸਾਰੀ ਉਮਰ ਹੀ ਰੱਖਦੀਆਂ ਆਈਆਂ ਹਨ। ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ ਇੱਜ਼ਤ ਦੀ ਜ਼ਿੰਦਗੀ ਪਾਉਣ ਲਈ, ਪਰ ਸਾਨੂੰ ਕੋਈ ਇੱਜ਼ਤ ਦੀ ਜ਼ਿੰਦਗੀ ਨਹੀਂ ਦਿੰਦਾ, ਬਸ ਸਾਡਾ ਇਸਤੇਮਾਲ ਕੀਤਾ ਜਾਂਦਾ। ਉਹ ਮੇਰੇ ਨਾਲ ਨਫ਼ਰਤ ਕਰਦਾ ਜੇਕਰ ਮੈਂ ਉਸ ਨੂੰ ਆਪਣੇ ਬਾਰੇ ਸੱਚ ਦੱਸ ਦਿੰਦੀ। ਅਗਲੇ ਦਿਨ ਹੀ ਮੇਰਾ ਵਿਕਾਸ ਨਾਮ ਦੇ ਮੁੰਡੇ ਨਾਲ ਵਿਆਹ ਹੋ ਗਿਆ। ਮੈਂ ਵਿਕਾਸ ਨਾਲ ਬਹੁਤ ਖੁਸ਼ ਸੀ ਤੇ ਮੇਰੇ ਬਿਨਾਂ ਉਹ ਵੀ ਸਾਹ ਨਹੀਂ ਲੈਂਦਾ ਸੀ। ਮੇਰਾ ਖਿਆਲ ਵੀ ਬਹੁਤ ਰੱਖਦਾ ਸੀ, ਪਰ ਸ਼ਾਇਦ ਸਾਡੀ ਕੁੜੀਆਂ ਦੀ ਜ਼ਿੰਦਗੀ ਤਾਂ ਖੁਸ਼ੀਆਂ ਦਾ ਕੋਈ ਨਾਮੋ ਨਿਸ਼ਾਨ ਹੀ ਨਹੀਂ ਹੁੰਦਾ। ਕੋਈ ਸ਼ਾਮ ਦਾ ਵੇਲਾ ਸੀ, ਮੇਰਾ ਪਤੀ ਘਰੇ ਨਹੀਂ ਸੀ। ਮੇਰੇ ਘਰ ਦੇ ਗੇਟ ਕੋਈ ਜ਼ੋਰ ਨਾਲ ਖੜਕਾ ਰਿਹਾ ਸੀ। ਜਦੋਂ ਮੈਂ ਗੇਟ ਖੋਲ੍ਹਿਆ ਤਾਂ ਉੱਥੇ ਉਹੀ ਔਰਤ ਖੜੀ ਸੀ ਜਿਹਦੇ ਕੋਠੇ 'ਚ ਮੈਂ ਕੰਮ ਕਰਦੀ ਸੀ। ਉਹਨੂੰ ਦੇਖਦੇ ਸਾਰ ਹੀ ਮੇਰੀ ਜਾਨ ਨਿਕਲ ਗਈ। ਮੇਰੇ ਮਾੜੇ ਕਰਮਾਂ ਨੇ ਮੇਰਾ ਪਿੱਛਾ ਹਜੇ ਵੀ ਨਹੀਂ ਛੱਡਿਆ ਸੀ। ਉਹ ਔਰਤ ਮੈਨੂੰ ਮਾਰਦੀ ਕੁੱਟਦੀ ਉਸੇ ਕੋਠੇ ਤੇ ਲੈ ਆਈ ਜਿੱਥੋਂ ਮੈਂ ਭੱਜ ਕੇ ਆਈ ਸੀ। ਮੈਂ ਬਹੁਤ ਮਿੰਨਤਾਂ ਕੀਤੀਆਂ, ਬਹੁਤ ਤਰਲੇ ਕੱਢੇ, ਪਰ ਮੇਰੀ ਇਸ ਡੈਣ ਜਨਾਨੀ ਨੇ ਇੱਕ ਨਾ ਸੁਣੀ। ਮੈਨੂੰ ਇਸ ਔਰਤ ਨੇ ਬਹੁਤ ਕੁੱਟਿਆ ਤੇ ਕਿਹਾ ਇੱਥੇ ਆਉਣ ਦੇ ਰਸਤੇ ਬਹੁਤ ਹਨ, ਪਰ ਜਾਣ ਦਾ ਰਸਤਾ ਇੱਕੋ ਹੀ ਹੈ, ਉਹ ਹੈ ਮੌਤ। ਇੱਥੇ ਆਉਣ ਤੋਂ ਬਾਅਦ ਜੋ ਕੁਝ ਮੇਰੇ ਨਾਲ ਹੋਇਆ ਨਾ, ਇਸ ਤੋਂ ਬਿਹਤਰ ਮੈਂ ਮਰ ਜਾਂਦੀ ਤਾਂ ਚੰਗਾ ਸੀ। ਮੇਰੇ ਕਮਰੇ 'ਚ ਆਉਣ ਵਾਲਾ ਮੇਰਾ ਅੱਜ ਦਾ ਪਹਿਲਾ ਗਾਹਕ ਮੇਰੇ ਘਰ ਵਾਲਾ ਵਿਕਾਸ ਸੀ। ਵਿਕਾਸ ਨੂੰ ਦੇਖ ਕੇ ਮੈਨੂੰ ਲੱਗਿਆ ਕਿ ਮੈਨੂੰ ਇਹ ਬਚਾਉਣ ਆਇਆ, ਪਰ ਉਹਦੇ ਪਿੱਛੇ ਕੋਠੇ ਵਾਲੀ ਮਾਲਕ ਔਰਤ ਨੂੰ ਦੇਖ ਕੇ ਮੈਂ ਦੰਗ ਰਹਿ ਗਈ ਤੇ ਮੁਸਕਰਾਉਂਦੀ ਹੋਈ ਕਹਿੰਦੀ ਤੂੰ ਕੀ ਸਮਝਦੀ ਸੀ ਕਿ ਇੱਥੋਂ ਭੱਜ ਜਾਏਂਗੀ, ਵੀ ਮੈਨੂੰ ਪਤਾ ਵੀ ਨਹੀਂ ਲੱਗਣਾ ਹੈ। ਮੈਂ ਤੇਰੇ ਪਿੱਛੇ ਵਿਕਾਸ ਨੂੰ ਜਾਸੂਸੀ ਵਾਸਤੇ ਪਰਛਾਵੇਂ ਦੀ ਤਰ੍ਹਾਂ ਲਗਾਇਆ ਹੋਇਆ ਸੀ। ਤੇਰੀ ਹਰਿਆਣੇ ਵਾਲੀ ਬੱਸ 'ਚ ਵੀ, ਜਿੱਥੇ ਤੂੰ ਕੰਮ ਮੰਗਦੀ ਫਿਰਦੀ ਸੀ ਉੱਥੇ ਵੀ। ਮੇਰੇ ਕਹਿਣ ਤੇ ਤੈਨੂੰ ਇਹ ਆਪਣੇ ਘਰ ਲੈ ਕੇ ਆਇਆ ਸੀ। ਤੈਨੂੰ ਤਾਂ ਨੌਕਰੀ ਵੀ ਮੇਰੇ ਕਹਿਣ ਤੇ ਹੀ ਮਿਲੀ ਹੈ। ਉਹ ਔਰਤ ਜ਼ੋਰਦਾਰ ਹੱਸਣ ਲੱਗੀ, ਕਹਿੰਦੀ ਇਹ ਕੋਈ ਪੁਲਿਸ ਵਾਲਾ ਨਹੀਂ ਹੈ। ਇੰਨਾ ਸਭ ਸੁਣ ਕੇ ਮੈਨੂੰ ਧਰਤੀ ਵਿਆੜ ਨਾ ਦੇਵੇ ਸਮਾਉਣ ਨੂੰ। ਇੰਨਾ ਵੱਡਾ ਧੋਖਾ ਦਿੱਤਾ ਵਿਕਾਸ ਨੇ ਮੈਨੂੰ।
ਪਰ ਫੇਰ ਵੀ ਚੁੱਪ ਖੜਾ ਸੀ। ਮੈਂ ਕੋਲ ਗਈ, ਪੁੱਛਿਆ, ਇੰਨਾ ਵੱਡਾ ਧੋਖਾ ਕਿਉਂ ਦਿੱਤਾ ਮੈਨੂੰ ਤੁਸੀਂ? ਜੇ ਇਸੇ ਤਰ੍ਹਾਂ ਕਰਨਾ ਸੀ ਤਾਂ ਮੈਨੂੰ ਉਸੇ ਵਕਤ ਇੱਥੇ ਲੈ ਆਉਂਦੇ, ਤਾਂ ਇੰਨਾ ਦੁੱਖ ਨਾ ਹੁੰਦਾ। ਮੈਂ ਬੰਦਿਆਂ ਦਾ ਇੱਕੋ ਇੱਕ ਰੂਪ ਦੇਖਿਆ ਸੀ ਤੇ ਉਹ ਸੀ ਹਵਸ। ਪਰ ਵਿਕਾਸ, ਤੁਹਾਨੂੰ ਦੇਖ ਕੇ ਮੇਰੀ ਸੋਚ ਵਿੱਚ ਚੇਂਜ ਆ ਗਿਆ ਸੀ। ਮੈਨੂੰ ਲੱਗਿਆ ਸੀ ਬੰਦਿਆਂ 'ਚ ਇਨਸਾਨੀਅਤ ਵੀ ਹੁੰਦੀ ਹੈ। ਤੇਰੇ ਚਿਹਰੇ 'ਚ ਮੈਂ ਜਿਹੜੇ ਮੁੰਡੇ ਨੂੰ ਵੇਖਿਆ ਸੀ, ਮੈਨੂੰ ਉਸ ਨਾਲ ਪਿਆਰ ਹੋ ਗਿਆ ਸੀ। ਕਾਸ਼ ਜੇ ਤੁਸੀਂ ਮੇਰੇ ਸਾਹਮਣੇ ਨਾ ਆਉਂਦੇ ਤਾਂ ਮੇਰੇ ਦਿਲ ਵਿੱਚ ਤੁਹਾਡੀ ਇੱਜ਼ਤ ਤਾਂ ਰਹਿ ਜਾਂਦੀ। ਮੇਰੇ ਇੰਨਾ ਕੁਝ ਕਹਿਣ ਤੇ ਉਹ ਅਜੇ ਵੀ ਚੁੱਪ ਖੜਾ ਸੀ। ਥੋੜੇ ਸਮੇਂ ਬਾਅਦ ਹੀ ਉੱਥੇ ਪੁਲਿਸ ਆ ਗਈ। ਉਹ ਔਰਤ ਦੇ ਮੂੰਹ ਦਾ ਰੰਗ ਉੱਡਣ ਲੱਗਿਆ। ਕਹਿੰਦੀ, ਪੁਲਿਸ ਇੱਥੇ ਕਿਸ ਨੇ ਬੁਲਾਈ ਹੈ? ਮੇਰੇ ਪਤੀ ਵਿਕਾਸ ਨੇ ਕਿਹਾ। ਕਹਿੰਦਾ, ਮੈਂ ਬੁਲਾਈ ਹੈ। ਇੰਨੇ ਨੂੰ ਪੁਲਿਸ ਨੇ ਉਹਨੂੰ ਘੇਰਾ ਪਾ ਲਿਆ। ਇੰਨੇ ਨੂੰ ਮੇਰੇ ਪਤੀ ਨੇ ਬਟੂਏ ਵਿੱਚੋਂ ਸਾਡੇ ਵਿਆਹ ਦੀ ਫੋਟੋ ਕੱਢ ਕੇ ਪੁਲਿਸ ਵਾਲਿਆਂ ਨੂੰ ਵਿਖਾਈ। ਕਹਿੰਦਾ, ਜੀ ਇਹ ਮੇਰੀ ਘਰਵਾਲੀ ਹੈ। ਆ ਕੋਠੇ ਵਾਲੀ ਔਰਤ ਮੇਰੀ ਘਰਵਾਲੀ ਨੂੰ ਧੱਕੇ ਨਾਲ ਅਗਵਾ ਕਰਕੇ ਇੱਥੇ ਲੈ ਆਈ। ਉਹ ਕੋਠੇ ਵਾਲੀ ਔਰਤ ਮੇਰੇ ਪਤੀ ਨੂੰ ਹੈਰਾਨ ਜਿਹੀ ਹੋ ਕੇ ਬੋਲੀ, ਓਏ ਕਿਉਂ ਝੂਠ ਬੋਲਦਾ? ਪੁਲਿਸ ਵਾਲੇ ਨੇ ਉਸ ਔਰਤ ਦੀ ਇੱਕ ਨਹੀਂ ਸੁਣੀ, ਮਾਰਿਆ ਕੰਨ ਤੇ ਰੱਖ ਕੇ ਚਾਂਟਾ ਤੇ ਉਹ ਠੰਡੀ ਜਿਹੀ ਹੋ ਗਈ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਲੈ ਗਈ। ਮੇਰੇ ਪਤੀ ਮੇਰੇ ਨੇੜੇ ਆਇਆ ਤੇ ਕਹਿਣ ਲੱਗਿਆ, ਮੈਂ ਮੁਖਬਰ ਹਾਂ, ਜਾਸੂਸ ਹਾਂ, ਪੈਸਿਆਂ ਦੇ ਲਈ ਕੰਮ ਕਰਦਾ ਹਾਂ। ਪੁਲਿਸ ਨਾਲ ਵੀ ਮੇਰੀ ਵਧੀਆ ਬਣਦੀ ਹੈ। ਮੈਂ ਤੇਰੀ ਜਾਸੂਸੀ ਪੈਸੇ ਕਰਕੇ ਹੀ ਕਰਦਾ ਸੀ। ਤੁਸੀਂ ਮੇਰੇ ਬਿਮਾਰ ਹੋਣ ਤੇ ਮੇਰਾ ਬਹੁਤ ਧਿਆਨ ਰੱਖਿਆ, ਮੇਰੀ ਬਹੁਤ ਹਿਫਾਜ਼ਤ ਕੀਤੀ। ਇਸ ਲਈ ਮੈਂ ਉਸ ਦਿਨ ਤੋਂ ਸੋਚ ਲਿਆ ਸੀ ਕਿ ਇੱਕ ਵਿਆਹ ਹੀ ਐਸਾ ਰਸਤਾ ਹੈ ਜੋ ਤੁਹਾਨੂੰ ਇਸ ਗੰਦੀ ਦਲਦਲ ਵਿੱਚੋਂ ਕੱਢ